गुरु ग्रंथ साहब की जी बेअदबी करने वाले दोषी है तो उन्होंने ਸਿੰਘੂ ਬਾਰਡਰ ਦੇ ਉੱਤੇ ਸੋਧਾ ਲਾਇਆ। ਉਸ ਪਾਸੇ ਤੇ ਆਪਾਂ ਗੱਲ ਕਰਨੀ ਆ ਤੇ ਮੈਂ ਜਿਹੜੇ ਮੇਰੇ ਵੀਰ ਦੇਖਦੇ ਆ ਵੀ ਸ਼ੇਅਰ ਕਰ ਦਿਓ। ਅਭੀ ਜੀ ਕੀ ਹਾਲ ਆ? ਮੈਂ 2 ਮਿੰਟ ਲਾਈਵ ਗੱਲ ਕਰ ਰਿਹਾ, ਤੁਸੀਂ ਆ ਕਵਰ ਕਰਿਓ ਫਿਰ ਆਪਾਂ ਬਹਿਨੇ ਆ। ਆਪਾਂ ਗੱਲ ਕਰਨੀ ਆ ਵੀ ਦਿੱਲੀ ਜਿਹੜੀ ਘਟਨਾ ਵਾਪਰੀ ਆ, ਕਿਉਂਕਿ ਬਹੁਤ ਪ੍ਰਤੀਕਰਮ ਆਇਆ ਉਸ ਘਟਨਾ ਦੇ ਉੱਤੇ, ਕਿਉਂਕਿ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਮੁੰਡਾ, ਸ਼ਾਇਦ ਉਹਦਾ ਨਾਂ ਲਖਵੀਰ ਹੈ, ਉਹਨੂੰ ਨਿਹੰਗ ਸਿੰਘਾਂ ਨੇ ਸੋਧਾ ਲਾ ਦਿੱਤਾ। ਉਸ ਤੋਂ ਬਾਅਦ ਬਹੁਤ ਲੋਕਾਂ ਨੂੰ ਤਕਲੀਫ ਹੋਈ। ਮੈਂ ਸਭ ਤੋਂ ਪਹਿਲਾਂ ਗੱਲ ਦੱਸਣਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਜੇ ਕੋਈ ਸੋਧਾ ਲਾਉਂਦਾ ਤਾਂ ਉਹ ਤੋਂ ਤਕਲੀਫ ਕਿਹਨੂੰ ਹੁੰਦੀ ਹੈ? ਸਿੱਖ ਉਹ ਕੌਮ ਆ ਜਿਹੜੀ ਅਮਨ ਸ਼ਾਂਤੀ ਨਾਲ ਰਹਿਣਾ ਪਸੰਦ ਕਰਦੀ ਹੈ, ਪਰ ਜੇ ਕੋਈ ਚੜ੍ਹ ਕੇ ਸਾਡੇ ਗੁਰੂ ਤੇ ਸਾਡੇ ਤੇ ਹਮਲਾ ਕਰੂਗਾ ਫਿਰ ਉਹਨੂੰ ਬਖਸ਼ਣਾ। ਫਿਰ ਸਿੰਘੋ ਚੂੜੀਆਂ ਪਾਈਆਂ ਨੇ। ਮੈਂ ਇੱਥੇ ਕੁਝ ਲੋਕਾਂ ਦੇ ਚਿਹਰੇ ਨੰਗੇ ਕਰੂੰਗਾ ਮੈਂ ਤੁਹਾਨੂੰ, ਤੇ ਪਲੀਜ਼ ਮੈਂ ਬੇਨਤੀ ਕਰਦਾ ਵੀ ਜਿਹੜੇ ਮੇਰੇ ਵੀਰ ਦੇਖ ਰਹੇ ਆ ਉਹ ਸ਼ੇਅਰ ਕਰ ਦਿਓ ਔਰ ਦੱਸ ਦਿਓ ਮੇਰੀ ਆਵਾਜ਼ ਤੁਹਾਡੇ ਤੱਕ ਆ ਰਹੀ ਹੈ ਕਿ ਨਾ। ਕੱਲ੍ਹ ਸੁਬਾਹ 3 ਵਜੇ ਘਟਨਾ ਵਾਪਰੀ। ਪੂਰੇ ਵਰਲਡ 'ਚ ਸੋਸ਼ਲ ਮੀਡੀਆ ਤੇ ਖਬਰਾਂ 'ਚ ਇਹ ਗੱਲ ਫੈਲ ਗਈ ਕਿ ਸਿੰਘੂ ਬਾਰਡਰ ਦੇ ਉੱਤੇ ਜਿੱਥੇ ਸੰਯੁਕਤ ਮੋਰਚੇ ਦੀ ਸਟੇਜ ਲੱਗੀ ਆ, ਉੱਥੇ ਇੱਕ ਬੰਦੇ ਦਾ ਕਤਲ ਹੋ ਗਿਆ। ਦੇਖੋ, ਜਦੋਂ ਇਹ ਗੱਲ ਜਾਂਦੀ ਹੈ ਕਿ ਕਤਲ ਹੋ ਗਿਆ, ਉਹ ਇੱਕ ਗੱਲ ਅਲੱਗ ਜੀ ਆ, ਪਰ ਜਦੋਂ ਇਹ ਗੱਲ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ ਸੋਧਾ ਲਾਤਾ ਤਾਂ ਫਿਰ ਗੱਲ ਹੋਰ ਬਣਦੀ ਹੈ। ਹੁਣ ਜਿੰਨੇ ਮੇਰੇ ਵੀਰ ਦੇਖਦੇ ਆ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸ਼ੇਅਰ ਕਰ ਦਿਓ। ਆਪਾਂ ਗੱਲ ਐਸੀ ਕਰਨ ਲੱਗੇ ਹਾਂ, ਬੁੱਕਲ ਦੇ ਸੱਪਾਂ ਦੀ ਪਹਿਚਾਣ ਕਰਨੀ ਆ। ਕਿਹੜੇ ਬੁੱਕਲ ਦੇ ਸੱਪ ਨੇ, ਕਿਹੜੇ ਉਹ ਲੋਕ ਨੇ ਜਿਹੜੇ ਸਾਡੇ ਹੀ ਖਾਂਦੇ ਆ ਤੇ ਸਾਡੇ 'ਚ ਹੀ ਰਹਿੰਦੇ ਆ ਤੇ ਸਾਡੇ 'ਚ ਹੀ ਜ਼ਹਿਰ ਉਗਲਦੇ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਿੱਖ ਕੱਲ੍ਹ ਬਰਦਾਸ਼ਤ ਕਰ ਸਕਦਾ ਹੈ ਤੇ ਨਾ ਅੱਜ ਨਾ ਆਉਣ ਵਾਲੇ ਕੱਲ੍ਹ 'ਚ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਸ ਮੁੰਡੇ ਨੇ ਕੀਤੀ ਆ, ਇਸ ਕਰਕੇ ਉਹਨੂੰ ਉੱਥੇ ਹਾਜ਼ਰ ਨਿਹੰਗਾਂ ਨੇ, ਉੱਥੇ ਹਾਜ਼ਰ ਸੰਗਤ ਨੇ ਉਹਨੂੰ ਬਣਦੀ ਸਜ਼ਾ ਦੇ ਦਿੱਤੀ। ਜਿੱਥੇ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਫੜ ਕੇ ਸੰਗਤ ਨੇ, ਲੋਕਾਂ ਨੇ ਕਾਨੂੰਨ ਦੇ ਹਵਾਲੇ ਕੀਤੇ ਆ ਉਹ ਲੋਕ, ਤੇ ਉਹ ਲੋਕ ਮਗਰੋਂ ਸੁੱਟ ਕੇ ਆਏ ਆ ਔਰ ਸੁੱਟ ਕੇ ਆ ਕੇ ਉਹ ਸਾਨੂੰ ਚਿੜਿਆਉਂਦੇ ਆ, ਕਿਉਂਕਿ ਭਾਰਤੀ ਸੰਵਿਧਾਨ ਜਾਂ ਭਾਰਤੀ ਕਾਨੂੰਨ ਉਹਨਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦਾ। 302 ਦੀ ਧਾਰਾ ਲੱਗਣੀ ਬਣਦੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਕਰਨ ਵਾਲੇ ਤੇ ਉਹਨਾਂ ਦਾ ਫਾਂਸੀ ਦੀ ਸਜ਼ਾ ਦੀ ਅਸੀਂ ਮੰਗ ਕਰਦੇ ਆ ਰਹੇ ਹਾਂ। ਪਰ ਭਾਰਤੀ ਸੰਵਿਧਾਨ, ਭਾਰਤੀ ਜਿਹੜੇ ਹਾਕਮ ਨੇ, ਇਹ ਦੋਸ਼ੀਆਂ ਤੇ ਕਾਰਵਾਈ ਕਰਨ ਦੇ ਲਈ ਢੁਕਵੀਆਂ ਸਜ਼ਾਵਾਂ ਦਾ ਪ੍ਰਬੰਧ ਨਹੀਂ ਕਰਦੇ, ਕਿਉਂਕਿ ਉਹ ਦੋਗਲੇ ਆ। ਹੁਣ ਗੱਲ ਕਰਦੇ ਹਾਂ ਕਿ ਕੱਲ੍ਹ ਜਦੋਂ ਕਤਲ ਹੁੰਦਾ, ਉਹਦੀ ਭਾਰਤੀ ਮੀਡੀਆ, ਜਿਹੜੇ ਨੈਸ਼ਨਲ ਰਾਸ਼ਟਰੀ ਚੈਨਲ ਨੇ, ਉਹਨਾਂ ਨੇ ਸਿੱਖਾਂ ਦੇ ਖਿਲਾਫ ਔਰ ਕਿਸਾਨੀ ਸੰਘਰਸ਼ ਦੇ ਖਿਲਾਫ ਜ਼ਹਿਰ ਉਗਲਣਾ ਸ਼ੁਰੂ ਕਰਤਾ ਕਿ ਦੇਖੋ ਜੀ, ਇਹ ਤਾਂ ਸਾਡੇ ਸਿੱਖਾਂ ਦਾ ਕਲਚਰ ਹੈ ਕਿ ਜੇ ਕੋਈ ਸਾਡੇ ਸਿਧਾਂਤਾਂ ਤੇ ਸਾਡੇ ਗੁਰੂ ਤੇ ਵਧੀਕੀ ਕਰਦਾ ਤੇ ਉਹਦਾ ਸੋਧਾ ਲਾਉਣਾ ਜਾਇਜ਼ ਆ। ਇਹ ਸਾਡਾ ਪਰੰਪਰਾਵਾਂ ਪੰਥ ਦੀਆਂ, ਸਿੱਖ ਧਰਮ ਦੀਆਂ ਪੁਰਾਣੀਆਂ ਨੇ। ਅੱਜ ਆਪਾਂ ਇੱਕ ਗੱਲ ਜਿਹੜੀ ਕਰਨੀ ਆ ਉਹ ਇਹ ਆ ਕਿ ਕਿਹਨੂੰ ਤਕਲੀਫ ਹੋਈ। ਸਭ ਤੋਂ ਪਹਿਲਾਂ ਤਕਲੀਫ ਹੋਈ ਭਾਰਤੀ ਮੀਡੀਆ ਨੂੰ। ਭਾਰਤੀ ਮੀਡੀਆ ਨੇ ਵਧੀਆ ਵਧਾ ਚੜਾ ਕੇ ਗੱਲਾਂ ਕੀਤੀਆਂ ਕਿ ਜੀ ਇਹ ਲੋਕ ਆਤੰਕ ਫੈਲਾ ਰਹੇ ਆ, ਇਹ ਉਹ ਫੈਲਾ ਰਹੇ ਆ। ਇਹ ਭਾਰਤੀ ਮੀਡੀਆ ਉਹ ਮੀਡੀਆ ਜਿਹਨੇ ਕਦੇ ਸਿੱਖਾਂ ਦੇ ਹੱਕ 'ਚ ਨਹੀਂ ਭੁਗਤਿਆ, ਚਾਹੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਹੋਵੇ ਔਰ ਚਾਹੇ ਦਿੱਲੀ ਦੇ ਵਿੱਚ ਇੰਦਰਾ ਦੇ ਕਤਲ ਤੋਂ ਬਾਅਦ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੋਵੇ। ਕਦੇ ਭਾਰਤੀ ਮੀਡੀਆ ਨੇ, ਕਦੇ ਭਾਰਤੀ ਤੰਤਰ ਨੇ ਕਦੇ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ। ਹੁਣ ਜਦੋਂ ਸਿੱਖਾਂ ਨੇ ਆਪਦਾ ਇਨਸਾਫ ਆਪ ਲੈਣ ਦੀ ਕੋਸ਼ਿਸ਼ ਕੀਤੀ ਤਾਂ ਅੱਗ ਉਗਲਿਆ, ਜ਼ਹਿਰ ਉਗਲਿਆ ਕਿ ਜੀ ਇਹ ਤਾਲੀਬਾਨੀ ਹੈ, ਇਹ ਉਹ ਆ, ਇਹ ਬਾਹ। ਮੈਨੂੰ ਇੱਕ ਗੱਲ ਦੱਸੋ, ਜਦੋਂ ਸਾਡੇ ਪਿਓ ਦੀ, ਸਾਡੇ ਗੁਰੂ ਦੀ ਬੇਅਦਬੀ ਹੋਵੇ ਫਿਰ ਸਿੱਖ ਕਰੇ ਕੀ? ਭਾਰਤੀ ਸੰਵਿਧਾਨ ਉਹਨਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੰਦਾ। ਸੈਂਕੜੇ ਇਹੋ ਜਿਹੀਆਂ ਕੇਸ ਹੋ ਗਏ, ਬਗਰਾੜੀ ਦੀ ਘਟਨਾ ਹੋ ਗਈ, ਕਿੱਥੇ ਸਾਨੂੰ ਇਨਸਾਫ ਮਿਲਿਆ? ਕਿਤੇ ਨਹੀਂ ਮਿਲਿਆ। ਹੁਣ ਸਿੱਖਾਂ ਨੇ ਫੈਸਲਾ ਇਹ ਕਰ ਲਿਆ ਵੀ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਕੋਈ,
ਫੜਿਆ ਜਾਂਦਾ ਤਾਂ ਮੌਕੇ 'ਤੇ ਝਟਕਾ ਦਿਓ, ਫਿਰ ਚਾਹੇ ਭਾਰਤੀ ਕਾਨੂੰਨ ਭਾਰਤੀ ਸੰਵਿਧਾਨ ਜੋ ਮਰਜ਼ੀ ਹੋਵੇ। ਹੁਣ ਗੱਲ ਕਰਦੇ ਹਾਂ ਦੂਜੇ ਨੰਬਰ 'ਤੇ, ਜਿਹੜੇ ਕਹਿੰਦੇ ਆ ਕਾਨੂੰਨ ਹੱਥ 'ਚ ਲੈ ਲਿਆ। ਕੀ ਕਾਨੂੰਨ ਸਭ ਤੋਂ ਵੱਡਾ? ਮੰਨ ਲੈਂਦੇ ਆ ਵੀ ਭਾਰਤ ਦੇ ਵਿੱਚ ਕਾਨੂੰਨ ਸਭ ਤੋਂ ਵੱਡਾ, ਪਰ ਸਿੱਖਾਂ ਲਈ ਕਾਨੂੰਨ ਤੋਂ ਵੀ ਵੱਡਾ ਗੁਰੂ ਗ੍ਰੰਥ ਸਾਹਿਬ ਹੈ। ਸਾਡੇ ਸਾਹਮਣੇ ਕਾਨੂੰਨ ਕੋਈ ਮਾਇਨਾ ਨਹੀਂ ਰੱਖਦਾ, ਸਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਆ ਪਹਿਲੇ ਨੰਬਰ 'ਤੇ। ਔਰ ਅਗਰ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੁੰਦਾ ਤੇ ਕਾਨੂੰਨ, ਅਸੀਂ ਫਿਰ ਉੱਥੇ ਕਾਨੂੰਨ ਨੂੰ ਦੇਖੀ ਜਾਈਏ। ਜੇ ਕਾਨੂੰਨ ਸਾਨੂੰ ਇਨਸਾਫ ਦਿਵਾਉਂਦਾ ਹੁੰਦਾ ਤਾਂ ਅਸੀਂ ਕਦੇ ਵੀ ਕਾਨੂੰਨ ਨੂੰ ਆਪਦੇ ਹੱਥ 'ਚ ਲੈਣ ਬਾਰੇ ਸੋਚ ਹੀ ਨਹੀਂ ਸਕਦੇ, ਪਰ ਭਾਰਤੀ ਕਾਨੂੰਨ ਨੇ ਕਦੇ ਸਾਨੂੰ ਇਨਸਾਫ ਦਿੱਤਾ ਨਹੀਂ। ਬਾਕੀ ਗੁਰੂ ਗ੍ਰੰਥ ਸਾਹਿਬ ਜਿੱਥੇ ਹੋਣਗੇ ਤੇ ਉੱਥੇ ਫਿਰ ਵੱਡੀ ਗੱਲ ਸਾਡਾ ਗੁਰੂ ਹੈ, ਗੁਰੂ ਹੀ ਸਾਡਾ ਕਾਨੂੰਨ ਹੈ, ਗੁਰੂ ਹੀ ਸਾਡਾ ਬਾਪ ਹੈ, ਗੁਰੂ ਗ੍ਰੰਥ ਸਾਹਿਬ ਹੀ ਸਾਡਾ ਸਭ ਕੁਝ ਹੈ। ਉਹ ਤੋਂ ਵੱਡਾ ਸਾਡੇ ਲਈ ਨਾ ਇਹ ਦੇਸ਼ ਹੈ, ਨਾ ਇਸ ਦੇਸ਼ ਦਾ ਸੰਵਿਧਾਨ ਹੈ, ਔਰ ਨਾ ਇਸ ਦੇਸ਼ ਦਾ ਕੋਈ ਕਾਨੂੰਨ ਹੈ। ਹੁਣ ਗੱਲ ਅਗਲੀ ਕਰਦੇ ਹਾਂ, ਕਿਹਨੂੰ ਕਿਹਨੂੰ ਤਕਲੀਫ ਹੋਈ ਔਰ ਕੀ ਕੀ ਬਣਾ ਕੇ ਪੇਸ਼ ਕੀਤਾ ਗਿਆ। ਸਭ ਤੋਂ ਜ਼ਿਆਦਾ ਤਕਲੀਫ ਹੋਈ ਭਾਜਪਾ ਨੂੰ, ਭਾਜਪਾ ਨੂੰ, ਆਰਐਸਐਸ ਨੂੰ। ਆਰਐਸਐਸ ਦੇ ਜਿੰਨੇ ਏਜੰਟ ਨੇ, ਆਰਐਸਐਸ ਦੇ ਜਿੰਨੇ ਤਨਖਾਹੀਏ ਨੇ, ਉਹਨਾਂ ਸਾਰਿਆਂ ਨੂੰ ਤਕਲੀਫ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ। ਕਿਉਂ? ਕਿਉਂਕਿ ਆਰਐਸਐਸ ਦੇ ਇਸ਼ਾਰੇ 'ਤੇ ਸਾਰਾ ਕੁਝ ਹੋ ਰਿਹਾ, ਉਹਨਾਂ ਨੂੰ ਤਕਲੀਫ ਹੋ ਗਈ। ਕਿਉਂਕਿ ਕੱਲ੍ਹ ਨਿਹੰਗ ਸਿੰਘਾਂ ਦੀ ਇੱਕ ਵੀਡੀਓ ਮੈਂ ਸੁਣ ਰਿਹਾ ਸੀ, ਜਿਹਦੇ ਵਿੱਚ ਉਹ ਕਹਿ ਰਹੇ ਸੀ ਕਿ ਇਸ ਬੰਦੇ ਨੇ ਜਿਹਨੂੰ ਉਹ ਮਾਰਿਆ, ਉਹ ਇਹ ਕਹਿ ਰਿਹਾ ਸੀ ਵੀ ਸਾਨੂੰ ਪੈਸੇ ਦੇ ਕੇ ਭੇਜਿਆ, 20 ਪਤਾ ਨਹੀਂ 30 ਬੰਦੇ ਹੋਰ ਭੇਜਿਆ। ਤਾਂ ਦੇਖੋ ਉਹ ਕਿਹਨੇ ਭੇਜਿਆ? ਆਰਐਸਐਸ ਹੀ ਕਰ ਰਹੀ ਆ। ਔਰ ਜਦੋਂ ਕਿ ਕਿਸਾਨੀ ਸੰਘਰਸ਼ ਦੇ ਦਰਮਿਆਨ ਉੱਥੇ ਜਾ ਕੇ ਵੀ ਇਹ ਆਪਦੀਆਂ ਗੰਦੀਆਂ ਚਾਲਾਂ ਚੱਲੀ ਗਏ। ਇੱਥੇ ਪੰਜਾਬ 'ਚ ਤਾਂ ਜਿਹੜੀਆਂ ਚੱਲਦੇ ਨੇ। ਪਰ ਮੈਂ ਨਾਲ ਇਹਨਾਂ ਏਜੰਸੀਆਂ ਨੂੰ, ਭਾਰਤੀ ਸਿਸਟਮ ਨੂੰ ਇੱਕ ਗੱਲ ਕਹਿਣਾ ਚਾਹੁੰਦਾ, ਤੁਸੀਂ ਸਾਨੂੰ ਵੱਢਿਆ ਕੋਈ ਗੱਲ ਨਹੀਂ, ਤੁਸੀਂ ਸਾਨੂੰ ਮਾਰਿਆ, ਸਾਡੇ ਭਾਈਆਂ ਨੂੰ ਜੇਲ੍ਹਾਂ 'ਚ ਰੱਖਿਆ, ਫਾਂਸੀਆਂ 'ਤੇ ਟੰਗਿਆ ਸੀ ਕੋਈ, ਪਰ ਸਾਡੇ ਗੁਰੂ 'ਤੇ ਅਟੈਕ ਫਿਰ ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ? ਜਿੱਦਾਂ ਅਸੀਂ ਦਰਬਾਰ ਸਾਹਿਬ 'ਤੇ ਅਟੈਕ ਨਹੀਂ ਬਰਦਾਸ਼ਤ ਕੀਤਾ, ਇਸੇ ਤਰ੍ਹਾਂ ਸਿੱਖ ਆਪਦੇ ਗੁਰੂ 'ਤੇ ਅਟੈਕ ਕਿਵੇਂ ਬਰਦਾਸ਼ਤ ਕਰੂਗਾ? ਜੇ ਭਾਰਤੀ ਸਿਸਟਮ, ਜੇ ਤੁਹਾਡੀਆਂ ਕਾਨੂੰਨ, ਤੁਹਾਡੇ ਅਦਾਲਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੌਕੇ 'ਤੇ ਸਜ਼ਾ ਦਿੰਦਾ ਹੋਵੇ ਤਾਂ ਕੋਈ ਵੀ ਸਿੱਖ ਕਾਨੂੰਨ ਆਪਦੇ ਹੱਥ 'ਚ ਨਾ ਲਵੇ। ਹੁਣ ਗੱਲ ਮਿਰਚ ਲੱਗੀ ਹੈ ਭਾਜਪਾ ਨੂੰ, ਔਰ ਏਜੰਸੀਆਂ ਦੇ ਬੰਦਿਆਂ ਨੂੰ ਮਿਰਚਾਂ ਲੱਗੀਆਂ, ਆਰਐਸਐਸ ਨੂੰ ਮਿਰਚ ਲੱਗੀ, ਔਰ ਆਰਐਸਐਸ ਨਾਲ ਜੁੜੀਆਂ ਹੋਈਆਂ ਧਿਰਾਂ ਨੂੰ ਮਿਰਚ ਲੱਗੀ। ਹੁਣ ਮੈਂ ਇੱਥੇ ਇੱਕ ਹੋਰ ਗੱਲ ਕਹੂੰਗਾ, ਜਾਤਾਂ ਪਾਤਾਂ ਦੇ ਨਾਂ 'ਤੇ, ਜਾਤਾਂ ਪਾਤਾਂ ਦੇ ਨਾਂ 'ਤੇ ਜਿਹੜੇ ਰਾਜਨੀਤੀ ਕਰਦੇ ਆ, ਇੱਕ ਮਿਰਚਾਂ ਲੱਗੀਆਂ ਨੇ ਉਹਨਾਂ ਨੂੰ। ਮੈਂ ਇੱਥੇ ਕਹਿਣਾ ਚਾਹੂੰਗਾ, ਬਹੁਜਨ ਸਮਾਜ ਪਾਰਟੀ ਦੀ ਇੱਕ ਲੀਡਰ ਬਣੀ ਫਿਰਦੀ ਆ ਬੀਬੀ, ਕੀ ਨਾਂ ਉਹਦਾ, ਮਾਇਆਵਤੀ, ਉਹਨੂੰ ਵੀ ਬੜੀ ਤਕਲੀਫ ਹੋਈ ਆ। ਜੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਕਿਸੇ ਦੋਸ਼ੀ ਨੂੰ ਝਟਕਾਤਾ, ਉਹ ਚਾਹੇ ਉਹ ਹਿੰਦੂ ਹੈ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਸਿੱਖ ਹੈ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਉਹਨੂੰ ਸਜ਼ਾ ਦੇਣੀ ਬਣਦੀ ਆ। ਤੇ ਸਿੱਖਾਂ ਨੇ ਸਜ਼ਾ ਦੇ ਦਿੱਤੀ। ਤੇ ਹੁਣ ਅਕੇ ਜੀ ਉਹ ਦਲਿਤ ਸੀ। ਮੈਂ ਇੱਥੇ ਇੱਕ ਗੱਲ ਕਰਾਂ, ਇਹ ਫਿਰਕੂ ਸੋਚ ਫੈਲਾ ਰਹੀ ਆ ਭਾਜਪਾ ਤੇ ਬਹੁਜਨ ਸਮਾਜ ਪਾਰਟੀ, ਇਹ ਦੋਨੇ। ਕਿਉਂਕਿ ਭਾਜਪਾ ਤਾਂ ਫਿਰਕੂ ਰੰਗਤ ਦੇਣਾ ਹੀ ਚਾਹੁੰਦੀ ਆ। ਮੈਂ ਇੱਥੇ ਭਾਜਪਾ ਨੂੰ ਤਾਂ ਅਸੀਂ ਸਾਰੇ ਮਾੜਾ ਗਿਣਦੇ ਹਾਂ ਤੇ ਅਸੀਂ ਉਹਨਾਂ ਦੀ ਅੱਖਾਂ 'ਚ ਰੜਕਦੇ ਹਾਂ। ਪਰ ਮੈਂ ਇੱਥੇ ਪੁੱਛਣਾ ਚਾਹੁੰਦਾ, ਬਹੁਜਨ ਸਮਾਜ ਪਾਰਟੀ ਦੇ ਠੇਕੇਦਾਰ, ਤੁਹਾਡੀ ਮਾਇਆਵਤੀ ਨੂੰ ਕੀ ਤਕਲੀਫ ਹੋ ਗਈ? ਉਹਨੇ ਵੀ ਕਿਹਾ, ਤੇ ਕੁਝ ਜਿਹੜੇ ਅਖੌਤੀ ਕਿਸਾਨ ਆਗੂ ਨੇ ਉਹ ਵੀ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਨਿੰਦਾ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹਦੀ ਨਿੰਦਾ ਬਣਦੀ ਆ। ਜੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਕਰਦਾ, ਨਿਹੰਗ ਉਹਨੂੰ ਕਿਉਂ ਮਾਰਦੇ? ਬੇਅਦਬੀ ਹੋਈ, ਬੇਅਦਬੀ ਤੋਂ ਬਾਅਦ ਉਹਦਾ ਕਤਲ ਹੋਇਆ। ਅੱਗੇ ਤੋਂ ਵੀ ਜੇ ਕੋਈ ਬੇਅਦਬੀ ਕਰੂਗਾ, ਉਹਨੂੰ ਐਸੀ ਹੀ ਸਜ਼ਾ ਦੀ ਅਸੀਂ ਮੰਗ ਕਰਦੇ ਹਾਂ। ਔਰ ਮੈਂ ਮਾਇਆਵਤੀ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕਿਹਾ ਜੀ ਇੱਕ ਦਲਿਤ ਦਾ ਕਤਲ ਹੋਇਆ, ਨਹੀਂ, ਕਤਲ ਹੋਇਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦਾ, ਕਿਸੇ ਦਲਿਤ ਦਾ ਕਤਲ ਨਹੀਂ ਹੋਇਆ। ਜੇ ਕੋਈ ਇਹ ਰੰਗਤ ਦੇ ਰਹੇ ਹੋ, ਦਲਿਤ ਤੋਂ ਵੀ ਪਹਿਲਾਂ ਉਹਦੇ ਨਾਂ ਨਾਲ ਸਿੱਖ ਲੱਗਦਾ, ਸਿੰਘ ਲੱਗਦਾ, ਲਖਵੀਰ ਸਿੰਘ। ਪਰ ਇੱਥੇ ਫਿਰਕੂ ਰੰਗਤ ਨਾ ਦਿਓ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚਾਹੇ ਕੋਈ ਜੱਟ ਕਰੇ, ਚਾਹੇ ਕੋਈ ਮਜ਼੍ਹਬੀ ਕਰੇ, ਰਮਦਾਸੀਆ ਕਰੇ, ਇਹ ਤਿੰਨੇ ਜਿਹੜੀਆਂ ਜਾਤਾਂ ਨੇ, ਇਹ ਗੁਰੂ ਗ੍ਰੰਥ ਸਾਹਿਬ ਉਹਨਾਂ ਨੂੰ ਇੱਕੋ ਹੀ ਸਮਝਦਾ। ਸਿੱਖ
ਇਹ ਸਿੱਖ ਨੇ, ਅਸੀਂ ਜਾਤਾਂ ਪਾਤਾਂ 'ਚ ਵਿਸ਼ਵਾਸ ਨਹੀਂ ਰੱਖਦੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਕੋਈ ਵੀ ਆ, ਉਹਨੂੰ ਮੌਕੇ ਤੇ ਝਟਕਾ ਦੇਣਾ। ਜੇ ਉਹਦੀ ਥਾਂ ਤੇ ਕੋਈ ਜੱਟ ਹੁੰਦਾ ਨਾ, ਅਕੌਤੀ ਜਟਵੈੜ, ਉਹਦਾ ਵੀ ਕਤਲ ਹੋਣਾ ਬਣਦਾ ਸੀ। ਕੋਈ ਵੀ ਕਰੇ, ਜੇ ਗੈਰ ਧਰਮ ਵਾਲਾ ਵੀ ਕਰਦਾ, ਸਜ਼ਾ ਉਹਦੀ ਵੀ ਬਣਦੀ ਹੈ। ਪਰ ਇੱਥੇ ਕੁਝ ਸਿਆਸੀ ਲੋਕ ਰੋਟੀਆਂ ਸੇਕਣਾ ਚਾਹੁੰਦੇ ਆ ਕਿ ਜੀ ਗਰੀਬ ਮਾਰਤਾ। ਗਰੀਬ ਨਹੀਂ ਮਾਰਿਆ, ਮਾਰਿਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਇਸ ਕਰਕੇ ਮਾਰਿਆ। ਹੁਣ ਸਿੱਖੋ, ਮੈਂ ਤੁਹਾਨੂੰ ਬੇਨਤੀ ਕਰਦਾ, ਇਹਨਾਂ ਬੁੱਕਲ ਦੇ ਸੱਪਾਂ ਦੀ ਪਹਿਚਾਣ ਕਰੋ। ਇਹ ਬੁੱਕਲ ਦੇ ਸੱਪ ਕਿਹੜੇ ਆ? ਕਿਹਨੂੰ ਤਕਲੀਫ ਹੋਈ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸੋਧਣ ਨਾਲ? ਕਿਹਨੂੰ ਤਕਲੀਫ ਹੋਈ ਵੀ ਜੀ ਉਹ ਮਾਰਤਾ, ਬੜਾ ਦੁੱਖ ਹੋਇਆ। ਡੇਲੀ ਸੈਂਕੜੇ ਕਤਲ ਹੋ ਰਹੇ ਨੇ, ਡੇਲੀ ਐਕਸੀਡੈਂਟ ਨਾਲ ਮੌਤਾਂ ਹੁੰਦੀਆਂ ਨੇ। ਜੇ ਇੱਕ ਉਹ ਮਰ ਗਿਆ, ਉਹ ਤਾਂ ਮਾਰਿਆ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀ ਹੈ। ਇਸ ਕਰਕੇ ਬਹੁਜਨ ਸਮਾਜ ਪਾਰਟੀ 'ਚ ਜਿਹੜੇ ਸਿੱਖ ਨੇ, ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ, ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਮਾਣ ਨਹੀਂ ਕਰਦੇ? ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਨਹੀਂ ਕਰਦੇ? ਕੀ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੈ ਨਹੀਂ? ਤਾਂ ਫਿਰ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਲੀਡਰ ਹੈ ਮਾਇਆਵਤੀ, ਉਹ ਇਹ ਸਟੇਟਮੈਂਟ ਦੇ ਰਹੀ ਹੈ ਕਿ ਇੱਕ ਦਲਿਤ ਦਾ ਕਤਲ ਹੋਇਆ। ਇਹ ਤਾਂ ਬਹੁਤ ਰੌਂਗ ਆ। ਇਹਨੂੰ ਜਾਤ ਪਾਤ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਤਾਂ ਕਿ ਸਿੱਖਾਂ ਦੇ ਵਿੱਚ ਹੀ ਖਾਨਾ ਜੰਗੀ ਖੜੀ ਕਰ ਦਿੱਤੀ ਜਾਵੇ ਕਿ ਜੀ ਇੱਕ ਮਜ਼੍ਹਬੀ ਸਿੱਖ ਜਾਂ ਇੱਕ ਐਸੀ ਭਾਈ ਮਾਰਤਾ। ਇਹ ਉਸ ਵੇਲੇ ਉਹਦੀ ਕੋਈ ਜਾਤ ਨਹੀਂ ਦੇਖੀ, ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ ਤਾਂ ਉਦੋਂ। ਬਾਕੀ ਮੈਂ ਤੁਹਾਨੂੰ ਨਾਲ ਇਹ ਵੀ ਕਹਿਣਾ ਚਾਹੁੰਦਾ, ਉਹਨੂੰ ਸੋਧਣ ਵਾਲਾ ਵੀ ਕਹਿੰਦੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਜ਼੍ਹਬੀ ਸਿੰਘ ਹੀ ਹੈ। ਤੇ ਇੱਥੇ ਜਿਹੜੀ ਇਹ ਜਾਤ ਪਾਤ ਦੀ ਰਾਜਨੀਤੀ ਕਰਦੇ ਆ ਨਾ, ਇਹ ਸ਼ਰਮ ਕਰ ਲਓ। ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਦੇ। ਕਈ ਇੱਥੇ ਕਹਿਣਗੇ ਧਰਮ ਦੀ ਰਾਜਨੀਤੀ ਕਰਦੇ ਆ। ਬਿਲਕੁਲ ਧਰਮ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਚਾਹੁੰਦੇ ਆ ਸਾਰੇ ਧਰਮ ਬਰਾਬਰ ਨੇ, ਮਨੁੱਖਤਾ ਹੀ ਇੱਕ ਵੱਡਾ ਧਰਮ ਆ। ਪਰ ਉਸ ਤੋਂ ਪਹਿਲਾਂ ਜਿਹੜਾ ਮਨੁੱਖਤਾ ਦਾ ਪਾਠ ਸਾਨੂੰ ਸਿਖਾਉਂਦਾ ਸਾਡਾ ਧਰਮ, ਸਿੱਖ ਧਰਮ ਆ, ਚਾਹੇ ਹਿੰਦੂ ਧਰਮ ਆ, ਚਾਹੇ ਮੁਸਲਮਾਨ ਧਰਮ ਆ, ਸਾਰੇ ਧਰਮ ਸਤਿਕਾਰ 'ਚ ਨੇ, ਸਾਰੇ ਬਰਾਬਰ ਨੇ। ਕਿਸੇ ਵੀ ਧਰਮ ਦੇ ਗ੍ਰੰਥ ਦੀ ਬੇਅਦਬੀ ਕਰਨ ਵਾਲੇ ਨੂੰ ਮੌਕੇ ਤੇ ਝਟਕਾ ਦੇਣਾ ਚਾਹੀਦਾ। ਚਾਹੇ ਕੋਈ ਗੀਤਾ ਦੀ ਬੇਅਦਬੀ ਕਰਦਾ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਕਰਦਾ, ਚਾਹੇ ਕੁਰਾਨ ਦੀ ਕਰਦਾ, ਕਿਸੇ ਵੀ ਧਰਮ ਬਾਈਬਲ ਦੀ ਕਰਦਾ, ਜਿਹੜੇ ਗ੍ਰੰਥ ਨੂੰ, ਜਿਹੜਾ ਕੋਈ ਧਾਰਮਿਕ ਗ੍ਰੰਥ ਹੈ ਔਰ ਉਸ ਬੰਦੇ ਨੇ ਗ੍ਰੰਥ ਦੀ ਬੇਅਦਬੀ ਕਰੀ ਅਤੇ ਉਹਨੂੰ ਮੌਕੇ ਤੇ ਉਹ ਕਰਤਾ। ਪਰ ਜੇ ਜਾਤ ਦੀ ਗੱਲ ਕਰੀ ਜਾਵੇ ਕਿ ਜੀ ਉਹ ਇਹ ਸੀ, ਜਾਤ ਦਾ ਜੋੜ ਕੇ ਆਪਦੀਆਂ ਵੋਟਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਤੁਸੀਂ ਦੋਗਲੇ ਹੋ। ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਨੇ ਦੋਗਲਾਪਨ ਕੀਤਾ ਹੈ। ਉਹਨੂੰ ਇਹ ਨਹੀਂ ਪਤਾ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਾ ਦੋਸ਼ੀ ਹੈ, ਚਾਹੇ ਉਹਦੀ ਕੋਈ ਜਾਤ ਹੈ, ਚਾਹੇ ਉਹਦਾ ਕੋਈ ਧਰਮ ਹੈ। ਉਹਨੂੰ ਬਣਦੀ ਸਜ਼ਾ ਦੇਣੀ ਚਾਹੀਦੀ ਆ। ਜਿਹੜੇ ਇਦੋਂ ਪਹਿਲਾਂ ਵੀ ਬੇਅਦਬੀ ਕਰੇ, ਉਹ ਚਾਹੇ ਕੋਈ ਧਰਮ ਦੇ ਹੋਣ, ਉਹਨਾਂ ਨੂੰ ਵੀ ਸਜ਼ਾ ਦੇਣੀ ਬਣਦੀ ਹੈ। ਤੇ ਇਸ ਵੇਲੇ ਰਾਜਨੀਤੀ ਕਰਨੀ ਸ਼ੋਭਾ ਨਹੀਂ ਦਿੰਦੀ। ਗੁਰੂ ਦੀ ਬੇਅਦਬੀ ਦੇ ਉੱਤੇ, ਮੁੱਦੇ ਉੱਤੇ ਰਾਜਨੀਤੀ ਕਰਨੀ ਕਿੰਨੀ ਕੁ ਸ਼ੋਭਾ ਕਰਦੀ ਆ। ਦੇਖੋ ਬੀਜੇਪੀ ਵਾਲੇ ਤਾਂ ਰਾਜਨੀਤੀ ਕਰਦੇ ਹੀ ਕਰਦੇ ਆ, ਭਾਜਪਾ ਵਾਲੇ ਤਾਂ ਫਿਰਕੂ। ਕਿਉਂਕਿ ਉਹ ਜਿਹੜਾ ਇੱਕ ਇਹਨਾਂ ਦੇ ਦੋ ਲੀਡਰ ਬੋਲਿਆ, ਇੱਕ ਤਾਂ ਐਸਸੀ ਕਮਿਸ਼ਨ ਦਾ ਚੇਅਰਮੈਨ ਲਾਇਆ ਹੋਇਆ, ਉਹ ਜਿਹੜਾ ਦਬਾਬੇ ਵਾਲਾ, ਕੀ ਆ ਉਹਦਾ ਨਾਂ, ਉਹ ਜਿਹਦੇ ਇੱਕ ਦੋ ਵਾਰੀ ਰਾਹ ਵੀ ਰੋਕਿਆ ਕਿਸਾਨਾਂ ਨੇ, ਇੱਕ ਤਾਂ ਉਹਨੂੰ ਮਿਰਚਾਂ ਲੱਗੀਆਂ ਨੇ। ਇਹ ਇੱਕ ਬੀਜੇਪੀ ਵਾਲਿਆਂ ਨੂੰ ਲੱਗੀਆਂ ਨੇ ਤੇ ਇੱਕ ਬਹੁਜਨ ਸਮਾਜ ਪਾਰਟੀ ਨੂੰ ਲੱਗੀਆਂ ਨੇ। ਔਰ ਬਹੁਜਨ ਸਮਾਜ ਪਾਰਟੀ ਵਾਲੇ ਉਹ ਨੇ ਜਿਨ੍ਹਾਂ ਨੇ ਵੋਟਾਂ ਲੈਣੀਆਂ ਨੇ ਜਾਤ ਦੇ ਨਾਂ 'ਤੇ। ਮੈਂ ਫਿਰ ਇੱਕ ਬਾਤ ਬੇਨਤੀ ਕਰੂੰਗਾ ਮਾਇਆਵਤੀ ਨੂੰ, ਤੇ ਮਾਇਆਵਤੀ ਦਾ ਜਿਹੜਾ ਗੜੀ ਆ ਪੰਜਾਬ ਦਾ ਪ੍ਰਧਾਨ, ਉਹ ਗੁਰਸਿੱਖ ਆ, ਦਾੜੇ ਵਾਲਾ, ਅੰਮ੍ਰਿਤਧਾਰੀ ਆ। ਉਸ ਬੰਦੇ ਨੂੰ, ਇਹ ਆਪਦੀ ਕੌਮੀ ਪ੍ਰਧਾਨ ਨੂੰ ਦੱਸਣਾ ਚਾਹੀਦਾ ਕਿ ਜਾਤ ਪਾਤ ਪੰਜਾਬ 'ਚ ਉਨਾ ਅਹਿਮੀਅਤ ਨਹੀਂ ਰੱਖਦਾ ਜਿੰਨਾ ਤੁਸੀਂ ਯੂਪੀ 'ਚ ਬੁਲਾ ਰੱਖਿਆ। ਠੀਕ ਹੈ, ਇੱਥੇ ਮੈਂ ਇੱਕ ਗੱਲ ਕਹਿਣੀ ਵੀ ਬਣਦੀ ਆ, ਮੈਂ ਕਹਿ ਵੀ ਦਿੰਦਾ। ਕਈ ਬੰਦੇ ਇਹਨੂੰ, ਮੇਰੀ ਗੱਲ ਨੂੰ ਵੀ ਜਾਤ ਪਾਤ 'ਚ ਨਾ ਜੋੜ ਦੇਣ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਜਿਹੜੇ ਲੋਕ ਆ, ਸਾਨੂੰ ਸਾਡੇ ਗੁਰੂ ਦਾ ਉਪਦੇਸ਼ ਹੈ, ਕੋਈ ਜਾਤ ਪਾਤ ਨਹੀਂ, ਅਸੀਂ ਸਾਰੇ ਸਾਂਝੇ ਹਾਂ। ਇਹ ਸਾਨੂੰ ਜਾਤ ਪਾਤ ਕਿਹਨੇ ਦਿੱਤਾ? ਇਸ ਦੇਸ਼ ਦੇ ਸਿਸਟਮ ਨੇ, ਇਸ ਦੇਸ਼ ਦੀ ਬ੍ਰਾਹਮਣ ਜਿਹੜੀ ਬਿਰਤੀ ਆ ਉਹਨੇ ਦਿੱਤਾ ਹੈ। ਕਿਉਂਕਿ ਮੈਂ ਕਦੇ ਇਹ ਨਹੀਂ ਕਿਹਾ ਕਿ ਮੈਂ ਫਲਾਨੀ ਜਾਤ ਦਾ, ਮੈਂ ਉਹ ਜਾਤ ਹਾਂ। ਜਾਤ ਜਦੋਂ ਅਸੀਂ ਬਾਪੂ ਦੇ ਘਰੇ ਆ, ਗੁਰੂ ਘਰੇ ਆ ਨਾ, ਗੁਰੂ ਨੇ ਕਿਉਂ ਕਿਹਾ ਸਾਰੇ ਬਰਾਬਰ ਨੇ। ਜਦੋਂ ਸਾਨੂੰ ਅੰਮ੍ਰਿਤ ਵਾਟਾ, ਇੱਕ ਵਾਟੇ 'ਚੋਂ ਅੰਮ੍ਰਿਤ ਛਕਾਇਆ ਜਾਂਦਾ, ਸਾਰੇ ਬਰਾਬਰ ਕਰਕੇ ਕਰਾਇਆ ਜਾਂਦਾ। ਇਸ ਕਰਕੇ ਅਸੀਂ ਤਾਂ ਮੰਨਦੇ ਨਹੀਂ ਜਾਤ, ਪਰ ਸਾਡੇ ਵਿੱਚ ਕੁਝ
ਜਿਹੜੀ ਬਾਹਮਣਵਾਦ ਸੋਚ ਦੇ ਧਾਰਨੀ, ਚਾਹੇ ਉਹ ਜੱਟ ਹੀ ਕਿਉਂ ਨਾ ਹੋਣ, ਉਹਨਾਂ ਨੇ ਸਿੱਖ ਧਰਮ ਦਾ ਵੀ ਨੁਕਸਾਨ ਕੀਤਾ ਔਰ ਉਹਨਾਂ ਨੇ ਇਹ ਪਾੜੇ ਵੀ ਵਧਾਏ ਆ। ਉਹ ਬਾਹਮਣ ਬਿਰਤੀ ਵਾਲੇ ਬੰਦੇ ਜਿਹੜੇ ਵਰਨਾਂ ਦੀ ਵੰਡ ਕਰਦੇ ਆ। ਇਨਸਾਨ ਦੀ ਕੋਈ ਜਾਤ ਨਹੀਂ, ਇਨਸਾਨ ਸਾਰੇ ਬਰਾਬਰ ਆ, ਖੂਨ ਕੱਢ ਕੇ ਦੇਖ ਲਓ। ਪਰ ਇੱਥੇ ਰਾਜਨੀਤੀ ਕਰਨ ਵਾਲਿਆਂ ਨੇ ਜਾਤਾਂ 'ਚ ਵੰਡਿਆ। ਔਰ ਮੈਂ ਇੱਥੇ ਇੱਕ ਗੱਲ ਕਹਿਣੀ ਚਾਹੁੰਦਾ, ਜਿੰਨਾ ਯੂਪੀ ਦੇ ਵਿੱਚ, ਕਿਉਂਕਿ ਯੂਪੀ ਦੇ ਵਿੱਚ ਹੀ ਬਹੁਜਨ ਸਮਾਜ ਪਾਰਟੀ ਦਾ ਰਾਜ ਰਿਹਾ ਔਰ ਯੂਪੀ ਦੇ ਵਿੱਚ ਹੀ ਜਾਤ ਪਾਤ ਦੇ ਨਾਂ 'ਤੇ ਕਤਲ ਹੋਏ ਆ, ਪੰਜਾਬ 'ਚ ਨਹੀਂ ਹੋਏ ਕਦੇ। ਪੰਜਾਬ ਦੇ ਵਿੱਚ ਠੀਕ ਆ, ਕਿਤੇ ਕਿੱਤੇ ਦੇ ਤੌਰ 'ਤੇ ਇਹ ਜੋ ਆਪਸੀ ਤਣਾਅ ਹੁੰਦਾ, ਅਸੀਂ ਇਹਨੂੰ ਵੀ ਮਾੜਾ ਗਿਣਦੇ ਹਾਂ। ਪੰਜਾਬ ਦੇ ਵਿੱਚ ਐਸੀ ਭਰਾ ਜਿਹਨੂੰ ਇਸ ਸਿਸਟਮ ਨੇ, ਇਸ ਦੇਸ਼ ਦੀ ਸਰਕਾਰ ਨੇ ਐਸੀ ਕਹਿਤਾ, ਉਹ ਵੀਰ ਵੀ ਕਿਸਾਨ ਨੇ ਔਰ ਜਿਹੜੇ ਜਰਨਲ ਨੇ ਉਹ ਮਜ਼ਦੂਰ ਵੀ ਹੈਗੇ ਆ। ਪਰ ਆਪਸੀ ਫੁੱਟ ਪਾਉਣੀ ਕੋਈ ਬਹੁਤੀ ਵਧੀਆ ਗੱਲ ਨਹੀਂ। ਮੈਂ ਇੱਥੇ ਇੱਕ ਗੱਲ ਕਹੂੰਗਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉਹਨੂੰ ਸੋਧਿਆ, ਕੋਈ ਇਹ ਦੇਖ ਕੇ ਨਹੀਂ ਸੋਧਿਆ ਗਿਆ ਕਿ ਜੀ ਉਹ ਜਰਨਲ ਸੀ ਜਾਂ ਐਸਸੀ ਸੀ। ਇਸ ਦਾ ਮੁੱਦਾ ਬਣਾਉਣ ਵਾਲੇ ਬਾਜ਼ ਆ ਜਾਣ ਔਰ ਸਿੱਖੋ, ਸਮਝ ਲਓ, ਜਿਹੜੇ ਬੰਦਿਆਂ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਸੋਧਣ ਤੇ ਤਕਲੀਫ ਹੋਈ ਆ, ਉਹਨਾਂ ਦੀ ਨਿਸ਼ਾਨਦੇਹੀ ਕਰ ਲਓ। ਉਹ ਬੁੱਕਲ ਦੇ ਸੱਪ ਕਿਹੜੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਮਾਰਨ ਤੇ ਹੀ ਦੁਖੀ ਹੋਈ ਜਾਂਦੇ ਆ। ਫਿਰ ਕੱਲ ਨੂੰ ਤੁਹਾਡਾ ਕਾਨੂੰਨ, ਕੋਡਾ, ਸੰਵਿਧਾਨ ਕਿੱਥੇ ਸਾਨੂੰ ਬਗਰਾੜੀ ਦਾ ਇਨਸਾਫ ਦੇ ਦੂ? ਕਿੱਥੇ ਜਿਹੜੀ ਸਾਡੀ ਘਟਨਾ ਵਾਪਰੀ ਸੀ ਅਨੰਦਪੁਰ ਸਾਹਿਬ, ਉਹਦਾ ਇਨਸਾਫ ਮਿਲੂਗਾ? ਇਹਦਾ ਮਤਲਬ ਵੀ ਅਸੀਂ ਨਾ ਸਰਕਾਰਾਂ ਸਾਨੂੰ ਇਨਸਾਫ ਦੇਣ, ਜੇ ਅਸੀਂ ਆਪ ਇਨਸਾਫ ਕਰਨ ਦੀ ਹਿੰਮਤ ਕਰੀਏ ਤਾਂ ਉਦੋਂ ਅਸੀਂ ਅੱਤਵਾਦੀ, ਵੱਖਵਾਦੀ ਭਾਰਤੀ ਮੀਡੀਆ ਜਿਹੜਾ ਕੁਝ ਦਿਖਾ ਰਿਹਾ। ਸਿੱਖੋ, ਮੇਰੀ ਇੱਕ ਬੇਨਤੀ ਇੰਨੀ ਆ, ਕਿਹੜੇ ਬੰਦੇ ਆ ਉਹ, ਕਿਹੜਾ ਮੀਡੀਆ, ਕਿਹੜੇ ਲੀਡਰ ਆ ਜਿਨ੍ਹਾਂ ਨੂੰ ਤਕਲੀਫ ਹੋਈ ਆ, ਕਿਹੜੇ ਕਹਿੰਦੇ ਆ ਜੀ ਇੱਕ ਦਲਿਤ ਦਾ ਕਤਲ ਹੋ ਗਿਆ? ਇਹ ਭਾਸ਼ਾ ਬੋਲਣੀ ਬੰਦ ਕਰੋ। ਇਸ ਕਰਕੇ ਸਿੱਖੋ, ਤੁਹਾਨੂੰ ਹੀ ਸਮਝਣਾ ਪਊ ਗੁਰੂ ਤੁਹਾਡਾ। ਵੈਸੇ ਗੁਰੂ ਗ੍ਰੰਥ ਸਾਹਿਬ ਸਾਰਿਆਂ ਦਾ ਹੀ ਆ। ਗੁਰੂ ਗ੍ਰੰਥ ਸਾਹਿਬ ਨੂੰ ਹਿੰਦੂ ਭਾਈ ਵੀ ਮੰਨਦੇ ਆ, ਮੁਸਲਮਾਨ ਵੀ ਸਤਿਕਾਰ ਕਰਦੇ ਆ। ਤੇ ਜੇ ਅਸੀਂ ਵੀ ਇੱਕ ਗੱਲ ਕਹਿੰਦੇ ਆ, ਮੈਂ ਵੀ ਬਾਈਬਲ ਦਾ, ਰਮਾਇਣ ਦਾ, ਕੁਰਾਨ ਸ਼ਰੀਫ ਦਾ ਬਹੁਤ ਸਤਿਕਾਰ ਕਰਦਾ। ਜੇ ਕਿਤੇ ਲੋੜ ਪਈ ਸਾਨੂੰ ਉਹਨਾਂ ਦੇ ਦੋਸ਼ੀਆਂ ਨੂੰ ਸੋਧਣ ਦੀ ਤਾਂ ਉੱਥੇ ਵੀ ਨਹੀਂ ਝਿਜਕਾਂਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਤਾਂ ਅਸੀਂ ਮੌਕੇ 'ਤੇ ਝਟਕਾਉਣ ਦੀ ਸਹਿਮਤੀ ਦਿੰਦੇ ਹਾਂ। ਅਸੀਂ ਹੱਕ 'ਚ ਹਾਂ ਔਰ ਉਹਨਾਂ ਦੇ ਨਾਲ ਖੜੇ ਹਾਂ ਸਿੰਘਾਂ ਦੇ। ਔਰ ਜਿਹੜੇ ਬੰਦੇ ਵੀ ਬੋਲਦੇ ਆ, ਮੈਂ ਫਿਰ ਗੱਲ ਕਹਿਣੀ ਚਾਹੁੰਦਾ, ਜਿਹੜੇ ਬੰਦੇ ਵੀ ਇਹ ਕਹਿੰਦੇ ਆ ਕਿ ਜੀ ਇਹ ਦਲਿਤ ਦਾ ਕਤਲ ਹੋਇਆ ਜਾਂ ਇਹ ਗਲਤ ਹੋਇਆ, ਉਹ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੇ ਸਾਥੀ ਨੇ, ਚਾਹੇ ਉਹ ਮਾਇਆਵਤੀ ਹੋਵੇ, ਚਾਹੇ ਉਹ ਭਾਜਪਾ ਦੇ ਜਿੰਨੇ ਇਹ ਹੋਣ। ਕਿਉਂਕਿ ਉਹ ਹਰਜੀਤ ਗਰੇਵਾਲ ਜਾਂ ਵੀ ਕੱਲ੍ਹ ਦਾ ਔਖਾ ਹੋਈ ਜਾਂਦਾ ਯਾਰ, ਗੁਰੂ ਦੀ ਬੇਅਦਬੀ ਤੇ ਅਸੀਂ ਸਿਆਸਤ ਕਰੀ ਜਾਂਦੇ ਹਾਂ। ਮੈਨੂੰ ਸਮਝ ਨਹੀਂ ਆਉਂਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਉੱਤੇ ਸਿਆਸਤ। ਇੰਨੇ ਨੀਚ, ਇੰਨੇ ਘਟੀਆ ਇਹੋ ਜਿਹੇ ਲੋਕ ਸਾਡੇ ਲੀਡਰ ਬਣਨਗੇ। ਪੰਜਾਬੀਓ, ਦੇਖੋ, ਪਰਖੋ ਕਿ ਇਹ ਕਿਹੜੀ ਬਿਰਤੀ ਦੇ ਲੋਕ ਨੇ, ਕਿਉਂਕਿ ਧਰਮ ਸਾਰੇ ਬਰਾਬਰ ਨੇ, ਸਤਿਕਾਰ 'ਚ ਨੇ। ਕਿਸੇ ਵੀ ਧਰਮ ਦੀ ਬੇਅਦਬੀ ਨਾ ਬਰਦਾਸ਼ਤ ਕਰੀਏ ਤੇ ਨਾ ਕਰਾਂਗੇ। ਇਹ ਗੁਰੂ ਮਹਾਰਾਜ ਸਾਨੂੰ ਕਹਿ ਕੇ ਗਏ ਆ। ਔਰ ਜੇ ਕੋਈ ਵਿੱਚ ਇਹੋ ਜਿਹੇ ਮਾਮਲੇ 'ਚ ਟੰਗ ਅੜਾਊ, ਚਾਹੇ ਉਹ ਮਾਇਆਵਤੀ ਕਿਉਂ ਨਾ ਹੋਵੇ, ਮੇਰੀ ਤਾੜਨਾ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਨੂੰ ਕਿ ਜੇ ਪੰਜਾਬ 'ਚ ਆਪਦੀ ਪਾਰਟੀ ਦੇ ਬੰਦਿਆਂ ਨੂੰ ਪੁੱਛੇ ਬਗੈਰ, ਔਰ ਤੇ ਮੈਨੂੰ ਇੰਨਾ ਵੀ ਪਤਾ ਬਹੁਤ ਚੰਗੇ ਗੁਰਸਿੱਖ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਹੋਏ ਆ ਪੰਜਾਬ ਦੇ, ਬਹੁਤ ਚੰਗੇ ਅੰਮ੍ਰਿਤਧਾਰੀ। ਪਰ ਉਹਨਾਂ ਵੀਰਾਂ ਨੂੰ ਵੀ ਮੈਂ ਕਹੂੰਗਾ, ਕਿਉਂਕਿ ਮੈਂ ਦਬਾਬੇ 'ਚ ਜਾਂਦਾ ਹੁੰਦਾ, ਦਬਾਬੇ 'ਚ ਬਹੁਜਨ ਸਮਾਜ ਪਾਰਟੀ ਆ, ਜਦੋਂ ਕਿ ਇਹਨਾਂ ਦਾ ਪੰਜਾਬ ਪ੍ਰਧਾਨ ਅੰਮ੍ਰਿਤਧਾਰੀ ਆ, ਗੜੀ ਆ, ਤੇ ਉਹਨੂੰ ਇਹ ਜਿਹਾ ਵਿਚਾਰ ਆਪਦੀ ਕੌਮੀ ਪ੍ਰਧਾਨ ਨੂੰ ਦੇਣਾ ਚਾਹੀਦਾ ਵੀ ਇੱਦਾਂ ਦੀ ਸਟੇਟਮੈਂਟ ਨਾ ਦੇ ਗੁਰੂ ਗ੍ਰੰਥ ਸਾਹਿਬ ਵਾਲੇ ਮੈਟਰ 'ਤੇ ਕਿ ਤੂੰ ਜਾਤ ਪਾਤ ਦੀ ਰਾਜਨੀਤੀ ਖੇਡੇ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚਾਹੇ ਜੱਟ ਕਰੇ, ਚਾਹੇ ਕੋਈ ਹੋਰ ਜਾਤ ਵਾਲਾ ਕਰੇ, ਉਹਦਾ ਮੌਕੇ 'ਤੇ ਝਟਕਾਉਣਾ ਬਣਦਾ। ਤੇ ਨਿਹੰਗਾਂ ਨੇ ਕੋਈ ਮਾੜਾ ਕੰਮ ਨਹੀਂ ਕਰਿਆ, ਉਹਨਾਂ ਨੇ ਆਪਦਾ ਕੰਮ ਕਰਤਾ। ਉਹ ਕੱਲ੍ਹ ਦੇ ਕਹੀ ਜਾਂਦੇ ਆ ਤੇ ਕਾਨੂੰਨ ਆਪਦਾ ਕੰਮ ਕਰ ਲਏ, ਅਸੀਂ ਵੀ ਕਾਨੂੰਨੀ ਲੜਾਈ ਲੜਾਂਗੇ, ਇਹ ਉਹਨਾਂ ਦਾ ਆਪਦਾ ਪੱਖ ਹੈ। ਪਰ ਮੈਂ ਨਾਲ ਇੱਕ ਗੱਲ ਜ਼ਰੂਰ ਕਹੂੰਗਾ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਮਾਰਨ ਤੇ ਰਾਜਨੀਤੀ ਕਰਦੇ ਆ, ਉਹ ਬਹੁਤ ਮਾੜੇ ਲੋਕ ਆ। ਉਹ ਕਦੇ ਦੇਖੋ ਮੂਹਰੇ ਨਾ ਜਾਣ, ਉਹ ਮਾਰ ਦੇਣਗੇ ਸਾਨੂੰ ਧਰਮਾਂ ਦੀ ਲੜਾਈ 'ਚ ਹੀ ਮਾਰ ਦੇਣਗੇ। ਬਸ ਆਹੀ ਬੇਨਤੀਆਂ ਤੁਹਾਡੇ ਨਾਲ ਕਰਦੇ ਸੀ। ਕੋਈ ਸੰਗਤ ਦੇ ਖਿਲਾਫ ਜਾਂ ਕੋਈ ਗੁਰੂ ਦੇ ਖਿਲਾਫ ਗੱਲ ਹੋ ਗਈ ਹੋਵੇ ਤਾਂ ਮਾਫ਼ ਕਰਨਾ। ਮੈਂ ਪਰ ਤਾੜਨਾ ਦਿੰਦਾ ਇਹਨਾਂ ਲੋਕਾਂ ਨੂੰ ਕਿ ਆਪਾਂ ਇਹਨਾਂ ਬੁੱਕਲ ਦੇ ਸੱਪਾਂ ਤੋਂ ਪਹਿਚਾਣ ਕਰੀਏ, ਜਿਹੜੇ ਕਹਿੰਦੇ ਆ ਜੀ ਪੰਜਾਬ ਨੂੰ ਐਂ ਕਰ ਦਿਆਂਗੇ, ਪੰਜਾਬ ਨੂੰ। ਕਿਉਂਕਿ ਦੋਏ ਪਾਰਟੀਆਂ ਨੂੰ ਦੁੱਖ ਹੋਇਆ, ਇੱਕ ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਨੂੰ ਤੇ ਇੱਕ ਭਾਜਪਾ ਵਾਲਿਆਂ ਨੂੰ। ਇਹਨਾਂ ਨੂੰ ਕਿਉਂ ਦੁੱਖ ਹੋਇਆ ਇਹ ਹੁਣ ਤੁਸੀਂ ਸੋਚਣਾ, ਇਹਦੇ ਸਵਾਲ ਹੁਣ ਤੁਸੀਂ ਪੁੱਛਣੇ ਆ।